तो एक जिहड़ा साडे कोल सवाल आया है, ਉਹਦੇ 'ਚ ਉਹ ਲਿਖਦੇ ਨੇ ਕਿ ਜਿਸ ਵੇਲੇ ਕਿਸੇ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਤਾਂ ਸੰਸਕਾਰ ਤੋਂ ਬਾਅਦ ਉਹਦੀਆਂ ਜਿਹੜੀਆਂ ਅਸਥੀਆਂ ਨੇ ਉਹ ਕੀਰਤਪੁਰ ਸਾਹਿਬ ਜਾ ਕੇ ਕਿਉਂ ਜਲ ਪ੍ਰਵਾਹ ਕਰਦੇ ਨੇ। ਉਹਨਾਂ ਨੇ ਦੂਸਰਾ ਇਹ ਕਿਹਾ ਕਿ ਜਿਹੜੇ ਬਾਹਰ ਦੇ ਮੁਲਕਾਂ 'ਚ ਰਹਿਣ ਵਾਲੇ ਉਹਨਾਂ ਨੂੰ ਕਿਹੜੀ ਨਦੀ ਵਿੱਚ ਰੋੜਿਆ ਜਾਏ ਜਾਂ ਕਿੱਦਾਂ ਕੀਤਾ ਜਾਏ, ਇਹ ਇੱਕ ਸਮੱਸਿਆ ਜਿਹੀ ਉਹਨਾਂ ਸਾਹਮਣੇ ਬਣ ਗਈ, ਜਿਸ ਕਰਕੇ ਆਈ ਹੈ। ਤਾਂ ਮੈਂ ਬੇਨਤੀ ਕਰ ਰਿਹਾ ਵੀਰ ਜਗੀਰ ਸਿੰਘ ਜੀ ਨੂੰ ਵੀ ਉਹ ਸਾਨੂੰ ਦੱਸਣ ਵੀ ਸਾਡੀ ਮਰਿਆਦਾ ਕੀ ਕਹਿੰਦੀ ਹੈ ਇਸ ਪ੍ਰਤੀ ਕਿ ਜਿਸ ਵੇਲੇ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ, ਕਿਉਂਕਿ ਸਾਡੇ ਵਿੱਚ ਰਿਵਾਜ ਹੈ ਕਿ ਉਹਦਾ ਸੰਸਕਾਰ ਕੀਤਾ ਜਾਂਦਾ, ਔਰ ਸੰਸਕਾਰ ਤੋਂ ਬਾਅਦ ਜਿਹੜੀਆਂ ਉਹਦੀਆਂ ਅਸਥੀਆਂ ਨੇ ਉਹਨਾਂ ਨੂੰ ਕਿਵੇਂ ਡਿਸਪੋਜ਼ ਕਰਨਾ ਹੈ, ਸਾਡੀ ਮਰਿਆਦਾ ਕੀ ਕਹਿੰਦੀ ਹੈ ਤੇ ਆਮ ਪ੍ਰਚਲਿਤ ਕੀ ਹੋ ਰਿਹਾ ਹੈ, ਇਹਦੇ ਬਾਰੇ ਵੀਰ ਜਗੀਰ ਸਿੰਘ ਜੀ ਤੁਸੀਂ ਸਾਨੂੰ ਦੱਸੋ। ਜਗੀਰ ਸਿੰਘ ਜੀ ਪਟਿਆਲੇ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਸੇਧ ਲਈਏ ਵੀ ਗੁਰੂ ਸਾਹਿਬ ਦਾ ਹੁਕਮ ਕੀ ਹੈ ਇਹਦੇ ਬਾਰੇ। ਗੁਰਬਾਣੀ 'ਚ ਲਿਖਿਆ ਜੀ, ਗੁਰੂ ਨਾਨਕ ਸਾਹਿਬ ਜੀ ਲਿਖ ਰਹੇ ਨੇ, ਇੱਕ ਦੱਜੈ ਇੱਕ ਦੱਬਿਆ ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਛਟੀਆਂ ਇੱਕ ਪੀ ਫਿਰ ਹੱਸਣ ਪਾਹੇ। ਇਹ ਦੱਸਿਆ ਹੋਇਆ ਵੀ ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਫਿਰ ਉਹਦਾ ਅੰਤ ਕਿੱਦਾਂ ਕੀਤਾ ਜਾਂਦਾ। ਵੀ ਇੱਕ ਤਾਂ ਜਲਾ ਦਿੰਦੇ ਨੇ, ਇੱਕ ਦੱਬ ਦਿੰਦੇ ਨੇ, ਇੱਕ ਕੁੱਤੇ ਖਾ ਜਾਂਦੇ ਨੇ, ਇੱਕ ਪਾਣੀ ਵਿੱਚ ਸੁੱਟ ਦਿੰਦੇ ਨੇ ਤਾਂ ਕਿ ਮੱਛੀਆਂ ਵਗੈਰਾ ਨੂੰ ਖਾ ਲੈਣ, ਇੱਕ ਸੁੱਕੇ ਖੂਹ ਦੇ ਵਿੱਚ ਜਿਹੜੇ ਪਾਰਸੀ ਲੋਕ ਨੇ ਉਹਦੇ ਵਿੱਚ ਸਿੱਟ ਦਿੰਦੇ ਨੇ ਤਾਂ ਕਿ ਆਪਣੇ ਕਾਂ ਇਲਾਰੀਆ ਵਗੈਰਾ ਉਹਨਾਂ ਨੂੰ ਖਾ ਲੈਣ। ਨਾਨਕ ਏਵ ਨਾ ਜਾਪੀ ਕਿੱਥੇ ਜਾਹੇ ਸਮਾਹੇ, ਵੀ ਉਹ ਕਿੱਥੇ ਜਾਂਦੇ ਨੇ, ਕੀ ਬਣਦਾ ਇਹਦਾ ਕਿਸੇ ਨੂੰ ਕੋਈ ਨਹੀਂ ਪਤਾ ਹੈਗਾ ਜੀ। ਅੱਗੇ ਲਿਖਿਆ ਜੀ, ਜੇ ਮ੍ਰਿਤਕ ਕੋ ਚੰਦਨ ਚੜਾਵੇ ਉਸ ਤੇ ਕਹੋ ਕਵਨ ਫਲ ਪਾਵੇ। ਪੁਰਾਣੀ ਚੜ੍ਹਾਈ ਕਰ ਗਿਆ ਤੇ ਉਹਨੂੰ ਚੰਦਨ ਵੀ ਚੜਾ ਦੋ, ਚਾਹੇ ਜੋ ਮਰਜ਼ੀ ਕਰੀ ਚਲੋ, ਦੱਸੋ ਉਹਦੇ ਕੀ ਫਾਇਦਾ ਜੀ ਉਹਦਾ। ਅੱਗੇ ਗੁਰੂ ਅਮਰਦਾਸ ਜੀ ਜਿਸ ਟਾਈਮ ਚੜ੍ਹਾਈ ਜੋ ਸਮਾਏ ਨੇ, ਬਾਬਾ ਸੁੰਦਰ ਜੀ ਨੇ ਸਾਧੂਬਾਣੀ ਦੇ ਵਿੱਚ ਲਿਖਿਆ, ਪਿੰਡ ਪੱਤਲ ਕਿਰਿਆ ਦੀਵਾ ਫੁੱਲ। ਇਹ 5 ਚੀਜ਼ਾਂ ਨੇ ਜੀ, ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ। ਇਹਦਾ ਮਤਲਬ ਇਹ ਹੈ ਵੀ ਜੇ ਪਿੰਡ ਭਰਨੇ, ਪੱਤਰਾਂ ਦੇ ਉੱਤੇ ਰੱਖਣਾ, ਭੋਜਨ ਦੇਣਾ, ਕਿਰਿਆ ਉਹ ਹੁੰਦਾ ਜਦੋਂ ਬੰਦਾ ਚੜ੍ਹਾਈ ਕਰ ਜਾਂਦਾ, ਸੰਸਕਾਰ ਕਰਦੇ ਨੇ, ਉਹਦੇ ਸਿਰ ਦੇ ਸੋਟੀ ਮਾਰਦੇ ਨੇ, ਉਹ ਦੀਵਾ ਜਲਾ ਕੇ ਰੱਖਦੇ ਨੇ ਵੀ ਜਦੋਂ ਇਹ ਜਾਏਗਾ ਜੀ ਤੇ ਚਾਨਣ ਮਿਲ ਜਾਵੇ। ਫੁੱਲ, ਇਹ ਸਾਰੀਆਂ ਚੀਜ਼ਾਂ ਹਰ ਸਰ ਪਾਵੇ। ਵੀ ਗੁਰੂ ਸਾਹਿਬ ਕਹਿ ਰਹੇ ਨੇ ਵੀ ਅਸੀਂ ਸਾਰੇ ਸੰਗਤ ਤੋਂ ਮਾਰਨੇ ਜਾ ਰਹੇ ਹਾਂ। ਹੁਣ ਇੱਥੇ ਕਹਿੰਦੇ ਨੇ, ਜਿਹੜੇ ਕਹਿੰਦੇ ਨੇ ਫੁੱਲ ਹਰ ਸਰ ਪਾਵੇ, ਇਹ ਐਕਚੁਅਲੀ ਫੁੱਲ ਤੋਂ ਬਾਅਦ ਕੋਮਾ ਹੈਗਾ ਜੀ। ਵੀ ਇਹ ਸਾਰੀਆਂ ਚੀਜ਼ਾਂ ਗੁਰੂ ਸਾਹਿਬ ਨੂੰ ਕਹਿੰਦੇ ਨੇ ਵੀ ਅਸੀਂ ਨਾ ਸੰਗਤ ਤੋਂ ਬਾਹਰਨੇ ਜਾਂਦੇ ਹਾਂ। ਤੇ ਹੁਣ ਕੋਈ ਪਿੰਡ ਆਪਣੇ ਕੀਰਤਪੁਰ ਪਾਉਂਦਾ ਜਾਂ ਪੱਤਲ ਪਾਉਂਦਾ ਜਾਂ ਕਿਰਿਆ ਜਾਂ ਦੀਵਾ ਕੋਈ ਪਾਉਂਦਾ, ਇਹ ਮਤਲਬ ਇਹ ਸਾਰੀਆਂ ਚੀਜ਼ਾਂ ਦਾ ਫੁੱਲਾਂ ਦਾ ਕੋਈ ਲਿੰਕ ਨਹੀਂ ਹੈਗਾ ਕੀਰਤਪੁਰ ਸਾਹਿਬ ਪਾਉਣ ਨਾਲ। ਹੁਣ ਅੱਗੇ ਹੈ ਕਿ ਜੀ, ਜੇ ਹਰਿਦੁਆਰ ਜਾਂ ਕੀਰਤਪੁਰ ਹੱਡੀਆਂ ਪਾਉਣ ਨਾਲ ਜਾਂ ਅਖੰਡ ਪਾਠ ਕਰਾਉਣ ਨਾਲ ਗਤੀ ਹੋਵੇ ਤਾਂ ਸਵੇਰੇ ਸਵੇਰੇ ਉੱਠ ਕੇ ਸਿਮਰਨ ਕਰਨ, ਚੰਗੇ ਕੰਮ ਕਰਨ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਈਰਖਾ ਛੱਡਣ ਦੀ ਕੀ ਲੋੜ ਹੈ। ਠੱਗੀਆਂ ਮਾਰੋ, ਡਾਕੇ ਮਾਰੋ, ਮੁਕਤੀ ਤਾਂ ਕੀਰਤਪੁਰ ਹੱਡੀਆਂ ਪਾਉਣ ਨਾਲ ਹੋ ਹੀ ਜਾਣੀ ਹੈ ਜੀ। ਕਿੱਡਾ ਵੱਡਾ ਕਰਮ ਕਾਂਡ ਹੈ। ਉਹੀ ਬ੍ਰਾਹਮਣ ਬਾਦ ਚੱਲ ਰਿਹਾ ਹੈ, ਕੋਈ ਫਰਕ ਨਹੀਂ। ਹਰਿਦੁਆਰ ਛੱਡ ਕੇ ਅਸੀਂ ਨਵਾਂ ਹਰਿਦੁਆਰ ਬਣਾ ਲਿਆ ਕੀਰਤਪੁਰ ਨੂੰ, ਕਿੰਨੀ ਭੇਡ ਚਾਲ ਚੱਲ ਰਹੇ ਹਾਂ। ਗੁਰੂ ਸਾਹਿਬ ਕਹਿ ਰਹੇ ਨੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਜਿਹੇ ਜਿਹੇ ਅਸੀਂ ਕਰਮ ਕਰ ਰਹੇ ਹਾਂ ਉਹ ਸਾਨੂੰ ਫਲ ਮਿਲਣਾ ਹੈਗਾ ਜੀ। ਅੱਗੇ ਕਰਨੀ ਕੀਰਤ ਬਾਚੀ ਹੈ, ਬਈ ਲੇਖਾ ਕਰ ਸਮਝਾਇਆ। ਇਹ ਆਸਾ ਦੀ ਵਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਲਿਖ ਰਹੇ ਨੇ, ਅੱਗੇ ਕਰਨੀ ਕੀਰਤ ਬਾਚੀ ਹੈ। ਜੋ ਅਸੀਂ ਕਰਮ ਕਰ ਰਹੇ ਹਾਂ ਉਹਨਾਂ ਦਾ ਫੈਸਲਾ ਹੋਣਾ ਵੀ ਅਸੀਂ ਕੀ ਕੀਤਾ ਹੈਗਾ, ਉਹਦੇ ਮੁਤਾਬਕ ਸਾਨੂੰ ਸਜ਼ਾ ਮਿਲਣੀ, ਫਲ ਮਿਲਣਾ। ਜਿਹਾ ਬੀਜੈ ਸੋ ਲੂਣੇ ਕਰਮਾ ਸੰਦੜਾ ਖੇਤ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਬੇਅੰਤ ਬਾਬਾ ਆਖੇ ਹਾਜੀਆਂ ਸ਼ੁਭ ਅਮਲਾ ਬਾਝੋਂ ਦੋਵੇਂ ਰੋਈ। ਦੋਵੇਂ ਰੋਈ ਨਹੀਂ, ਹੁਣ ਸਾਰੇ ਰੋਈ, ਅਸੀਂ ਵੀ ਰੋ ਰਹੇ ਹਾਂ ਸੁਦੇ ਹਮਲਾ ਤੋਂ ਬਾਅਦ। ਇਹ ਭਾਈ ਗੁਰਦਾਸ ਜੀ ਲਿਖ ਰਹੇ ਨੇ, ਮ੍ਰਿਤਕ ਸਰੀਰ ਦੀ ਸੰਭਾਲ ਬਹੁਤ ਜ਼ਰੂਰੀ ਹੈ, ਨਹੀਂ ਤਾਂ ਬਿਮਾਰੀਆਂ ਫੈਲ ਜਾਣਗੀਆਂ। ਤਰੀਕਾ ਕੋਈ ਵੀ ਹੋ ਸਕਦਾ ਜੀ। ਹੁਣ ਆਪਣੇ ਗੁਰੂ ਸਾਹਿਬ ਨੇ ਜੋ ਤਰੀਕਾ ਸਾਨੂੰ ਦੱਸਿਆ ਹੈਗਾ, ਜੋ ਸਾਡੀ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਹੋਇਆ ਹੈਗਾ, ਰਹਿਤ ਮਰਿਆਦਾ ਅਨੁਸਾਰ ਮ੍ਰਿਤਕ ਪ੍ਰਾਣੀ ਦਾ ਅੰਗੀਠਾ ਠੰਡਾ ਹੋਣ ਤੇ ਸਾਰੀ ਦੇਹ ਦੀ ਭਸਮ ਅਸਥੀਆਂ ਸਮੇਤ
ਉਠਾ ਕੇ ਜਲ ਪ੍ਰਵਾਹ ਕਰ ਦਿੱਤੀ ਜਾਵੇ। ਫੁੱਲ ਨਹੀਂ ਚੁਗਣੇ ਹੈਗੇ, ਸਾਰੀ ਸਾਰੀ ਰਾਖ ਇਕੱਠੀ ਕਰਕੇ ਚਲਦੇ ਜਲ ਦੇ ਵਿੱਚ ਪਾ ਦਿੱਤੀ ਜਾਵੇ, ਜਾਂ ਉੱਥੇ ਹੀ ਦੱਬ ਕੇ ਜ਼ਮੀਨ ਬਰਾਬਰ ਕਰ ਦਿੱਤੀ ਜਾਵੇ ਜੀ। ਜੇ ਨੇੜੇ ਤੇੜੇ ਕੋਈ ਨਦੀ, ਨਹਿਰ, ਕੋਈ ਐਰਾ ਵਗੈਰਾ ਚੱਲਦਾ ਪਾਣੀ ਨਹੀਂ ਹੈਗਾ, ਤਾਂ ਉੱਥੇ ਹੀ ਟੋਆ ਪੱਟ ਕੇ ਉੱਥੇ ਦੱਬ ਕੇ ਜ਼ਮੀਨ ਬਰਾਬਰ ਕਰ ਦਿੱਤੀ ਜਾਵੇ। ਨਾਲ ਇਹ ਵੀ ਲਿਖਿਆ ਜੀ, ਸੰਸਕਾਰ ਸਥਾਨ ਤੇ ਮ੍ਰਿਤਕ ਪ੍ਰਾਣੀ ਦੀ ਯਾਦਗਾਰ ਬਣਾਉਣੀ ਮਨਾ ਹੈ। ਅੱਧ ਮਾਰਗ, ਸਿਆਪਾ, ਫੁਹੜੀ, ਦੀਵਾ, ਪੱਤਲ, ਪਿੰਡ, ਕਿਰਿਆ, ਸਰਾਧ, ਬੁੱਢਾ ਮਰਨਾ ਆਦਿ ਕਰਨਾ ਮਨਮਤ ਹੈ। ਇਹ ਸਾਰੇ ਬ੍ਰਾਹਮਣੀ ਕਰਮ ਨੇ। ਅਸੀਂ ਵੀ ਦੇਖੋ ਦੇਖੀ ਉਹਨਾਂ ਦੇ, ਅਸੀਂ ਵੀ ਰੀਸੀ ਇਹੀ ਕਰੀ ਜਾ ਰਹੇ ਹਾਂ। ਇਹ ਸਾਰੇ ਕੰਮ ਕਰਨੇ ਮਨਮਤ ਨੇ। ਅੰਗੀਠੇ ਵਿੱਚੋਂ ਫੁੱਲ ਚੋਕੇ, ਦੇਖੋ ਜੀ, ਇਹ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਹੋਇਆ। ਹੁਣ ਸਾਨੂੰ ਰਹਿਤ ਮਰਿਆਦਾ ਪੜ੍ਹਨੀ ਚਾਹੀਦੀ ਆ। ਵੀਰ ਜੀ ਨੇ ਵਾਰ-ਵਾਰ ਪਹਿਲਾਂ ਕਿਹਾ ਵੀ ਹਰ ਇੱਕ ਸਿੱਖ ਨੂੰ ਰਹਿਤ ਮਰਿਆਦਾ ਪੜ੍ਹਨੀ ਚਾਹੀਦੀ ਹੈ, ਆਪਣੇ ਘਰ ਰੱਖਣੀ ਚਾਹੀਦੀ ਹੈ, ਪੜ੍ਹਨੀ ਚਾਹੀਦੀ ਹੈ। ਉਹਦੇ ਮੁਤਾਬਕ ਆਪਣਾ ਜੀਵਨ ਹੋਣਾ ਚਾਹੀਦਾ। ਅੰਗੀਠੇ ਵਿੱਚੋਂ ਫੁੱਲ ਚੋਕੇ, ਫੁੱਲ ਦਾ ਮਤਲਬ ਹੈ ਹੱਡੀਆਂ, ਅਸਥੀਆਂ। ਅੰਗੀਠੇ ਵਿੱਚੋਂ ਫੁੱਲ ਚੋਕੇ ਗੰਗਾ, ਪਤਾਲਪੁਰੀ, ਕਰਤਾਰਪੁਰ ਸਾਹਿਬ ਆਦਿ ਥਾਵਾਂ ਵਿੱਚ ਪਾ ਕੇ ਜਾ ਕੇ ਪਾਉਣੇ ਮਨਮਤ ਹੈ। ਚਾਹੇ ਕਰਤਾਰਪੁਰ ਚਲੇ ਜਾਓ, ਚਾਹੇ ਗੰਗਾ ਚਲੇ ਜਾਓ, ਚਾਹੇ ਕੀਰਤਪੁਰ ਸਾਹਿਬ ਚਲੇ ਜਾਓ, ਉੱਥੇ ਜਾ ਕੇ ਇਹ ਜਿਹੜੇ ਫੁੱਲ ਚੋਕ ਕੇ ਉੱਥੇ ਪਾਉਣੇ ਨੇ, ਇਹ ਮਨਮਤ ਹੈ। ਇਸ ਕਰਕੇ ਅਸੀਂ ਸਾਰੀ ਰਾਖ ਇਕੱਠੀ ਕਰਕੇ ਚੱਲਦੇ ਪਾਣੀ ਵਿੱਚ ਪ੍ਰਵਾਹ ਕਰ ਦੇਣੀ ਹੈ, ਤੇ ਜਾਂ ਉੱਥੇ ਟੋਆ ਪੱਟ ਕੇ ਬਰਾਬਰ ਦੱਬ ਕੇ ਬਰਾਬਰ ਜ਼ਮੀਨ ਬਰਾਬਰ ਕਰ ਦੇਣੀ ਹੈ। ਹੁਣ ਤੁਸੀਂ ਆਪ ਦੇਖ ਲਓ ਜੀ, ਜਿਹੜੇ ਬੰਦੇ ਅਮਰੀਕਾ ਰਹਿੰਦੇ ਨੇ, ਕੈਨੇਡਾ ਰਹਿੰਦੇ ਨੇ, ਆਸਟ੍ਰੇਲੀਆ ਰਹਿੰਦੇ ਨੇ, ਉਹ ਕੀਰਤਪੁਰ ਆ ਕੇ ਹੱਡੀਆਂ ਪਾਉਣਗੇ। ਜੇ ਕੀਰਤਪੁਰ ਆ ਕੇ ਉੱਥੇ ਗਤੀ ਹੁੰਦੀ ਹੈ, ਮੁਕਤੀ ਹੁੰਦੀ ਹੈ, ਫਿਰ ਤਾਂ ਲੋੜ ਹੀ ਨਹੀਂ ਇੰਨੀ ਤਪੱਸਿਆ ਕਰਨ ਦੀ। ਸਾਰੇ ਕੰਮ ਔਖੇ ਨੇ, ਫਿਰ ਤਾਂ ਠੱਗੀਆਂ ਮਾਰੋ, ਮਾੜੇ ਕੰਮ ਕਰੋ, ਜੋ, ਕਿਉਂਕਿ ਗਤੀ ਤਾਂ ਹੋ ਹੀ ਜਾਣੀ ਹੈ। ਇਸ ਲਈ ਇਹ ਸਾਰੇ ਵਹਿਮ ਨੇ, ਪਖੰਡ ਨੇ, ਇਹਨਾਂ ਵਿੱਚ ਸਾਨੂੰ ਨਹੀਂ ਪੈਣਾ ਚਾਹੀਦਾ। ਗੁਰੂ ਸਾਹਿਬ ਨੇ ਸਾਨੂੰ ਇਹਦੇ ਤੋਂ ਵਰਜਿਆ ਹੈਗਾ। ਸਾਡੀ ਰਹਿਤ ਮਰਿਆਦਾ ਦੇ ਵਿੱਚ ਵੀ ਲਿਖਿਆ ਹੋਇਆ। ਇਸ ਕਰਕੇ ਸਾਨੂੰ ਏਦਾਂ ਰਹਿਤ ਮਰਿਆਦਾ ਦੇ ਮੁਤਾਬਕ ਆਪਣਾ ਜੀਵਨ ਢਲਣਾ ਚਾਹੀਦਾ, ਉੱਦਾਂ ਹੀ ਕਰਨਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਗੇ ਕਰਨੀ ਕੀਰਤ ਵਾਚੀਏ, ਮੈਂ ਲੇਖਾ ਕਰ ਸਮਝਾਇਆ। ਲੋੜ ਤੇ ਹੈ ਕਿ ਅਸੀਂ ਆਪਣੇ ਜਿਉਂਦੇ ਜੀ ਆਪ ਕੋਈ ਇਹੋ ਜਿਹੇ ਚੰਗੇ ਕਰਮ ਕਰੀਏ ਕਿ ਸਾਡੀ ਮੁਕਤੀ ਜਿਹੜੀ ਹੈ ਉਹ ਜਿਉਂਦੇ ਜੀ ਹੋ ਜਾਏ। ਮਰਨ ਤੋਂ ਬਾਅਦ ਕੋਈ ਬਹੁਤੀ ਲੋੜ ਨਹੀਂ ਹੈ, ਨਾ ਹੀ ਸਾਡੇ ਗੁਰਬਾਣੀ ਇਸ ਗੱਲ ਤੇ ਪ੍ਰੋੜਤਾ ਕਰਦੀ। ਪਰ ਕਿਉਂਕਿ ਮਨਮਤ, ਜਿਵੇਂ ਵੀਰ ਜੀ ਨੇ ਦੱਸਿਆ, ਹੁਣ ਜਗੀਰ ਸਿੰਘ ਜੀ ਬੜੇ ਅੱਛੇ ਤਰੀਕੇ ਨਾਲ ਗੁਰਬਾਣੀ ਔਰ ਸਿੱਖ ਰਹਿਤ ਮਰਿਆਦਾ ਦੋਨਾਂ ਨੂੰ ਸਾਡੇ ਸਾਹਮਣੇ ਲਿਆ ਕੇ ਬਹੁਤ ਸਪਸ਼ਟ ਕਰ ਦਿੱਤਾ। ਪਰ ਸਾਧ ਸੰਗਤ ਜੀ, ਗੱਲ ਇਹ ਆ ਵੀ ਮਨਮਤ ਜਿਹੜੀ ਹੈ ਉਹ ਏਡੀ ਫੈਲ ਗਈ ਹੈ, ਤੇ ਮਨਮਤ ਤੇ ਲੋਕਾਂ ਦੀ ਸ਼ਰਧਾ ਇੰਨੀ ਹੈ ਕਿ ਕਈ ਵਾਰੀ ਇਹ ਗੱਲ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਾ, ਹੈਪਨਿੰਗ ਹੋਈਆਂ ਨੇ ਕਿ ਫੋਰਨ ਕੰਟਰੀ ਤੋਂ ਜੇ ਅਗਰ ਕੋਈ ਇਹਨਾਂ ਬਾਹਰਲੇ ਦੇਸ਼ਾਂ 'ਚ ਕਿਸੇ ਦਾ ਕੋਈ ਬਜ਼ੁਰਗ ਚੜ੍ਹਾਈ ਕਰ ਗਿਆ, ਤਾਂ ਉਸ ਤੋਂ ਬਾਅਦ ਉਹ ਉਚੇਚਾ ਇੰਡੀਆ ਜਾਂਦੇ ਨੇ। ਔਰ ਇੱਕ ਦੋ ਵਾਰੀ ਤੇ ਐਸਾ ਵੀ ਆਇਆ ਕਿ ਬਕਾਇਦਾ ਐਰੋਪਲੇਨ ਦੇ ਵਿੱਚ ਸੀਟ ਇੱਕ ਖਾਲੀ ਸੀ। ਉਹ ਪੁੱਛਣ ਤੇ ਪਤਾ ਲੱਗੇ ਵੀ ਸੀਟ ਖਾਲੀ ਹੈ। ਉਹ ਕਹਿਣਗੇ ਜੀ ਖਾਲੀ ਨਹੀਂ। ਉੱਥੇ ਉਹਨਾਂ ਨੇ ਇੱਕ ਲਿਫਾਫਾ ਜਿਹਾ ਰੱਖਿਆ ਸੀਗਾ, ਇਹ ਕਹਿੰਦੇ ਸਾਡੇ ਬਜ਼ੁਰਗਾਂ ਦੀਆਂ ਅਸਥੀਆਂ ਨੇ ਤੇ ਸੀਟ ਉਹਨਾਂ ਲਈ ਰਿਜ਼ਰਵ ਹੈ। ਉਹ ਬਕਾਇਦਾ ਉੱਥੇ ਲੈ ਗਏ। ਇਹ ਗੱਲ ਜਿਹੜੀ ਮੈਂ ਤੁਹਾਨੂੰ ਆਪਣੇ ਕੋਲ ਬਣਾ ਕੇ ਨਹੀਂ ਦੱਸ ਰਿਹਾ, ਹੈਪਨਿੰਗਸ ਨੇ। ਮੈਂ ਇੱਥੋਂ ਪਤਾ ਕੀ ਲੱਗਦਾ ਹੈ ਕਿ ਸਾਡੇ ਉੱਤੇ ਮਨਮਤ ਏਡੀ ਜ਼ਿਆਦਾ ਚੜ੍ਹ ਗਈ ਹੈ। ਉਹਦਾ ਕਾਰਨ ਇੱਕੋ ਹੀ ਹੈ ਕਿ ਜੇ ਦੇਖੋ, ਬੜੀ ਸਿੱਧੀ ਗੱਲ ਹੈ, ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾ ਖਾਏ ਬਾਣੀ ਕਰ। ਸਾਡੇ ਅੰਦਰ ਜਿੰਨਾ ਚਿਰ ਗੁਰਬਾਣੀ ਦਾ ਦੀਵਾ ਨਹੀਂ ਜਗਦਾ, ਉਹਨਾਂ ਚਿਰ ਅਸੀਂ ਇਸ ਹਨੇਰੇ ਮਨਮਤ ਰੂਪ ਹਨੇਰੇ ਦੇ ਵਿੱਚ ਠੋਡੇ ਖਾਂਦੇ ਹੀ ਰਹਿਣਾ। ਉਹਦਾ ਕੋਈ ਹੋਰ ਇਲਾਜ ਨਹੀਂ ਹੈ। ਇਲਾਜ ਇੱਕੋ ਹੀ ਹੈ ਕਿ ਗੁਰਬਾਣੀ ਪੜ੍ਹੀਏ, ਸਮਝੀਏ, ਤੇ ਆਪਣੇ ਆਪ ਸਭ ਗੱਲ ਸਪਸ਼ਟ ਹੋ ਜਾਏਗੀ ਕਿ ਮਰਨ ਤੋਂ ਬਾਅਦ ਕੁਝ ਵੀ ਕੀਤਾ ਜਾਏ, ਉਹਦਾ ਕੋਈ, ਜਿਹੜਾ ਪ੍ਰਾਣੀ ਚੜ੍ਹਾਈ ਕਰ ਗਿਆ ਉਹਨੂੰ ਉਹਦਾ ਕੋਈ ਨਾ ਲਾਭ ਹੈ ਤੇ ਨਾ ਘਾਟਾ ਹੈ। ਵੀਰ ਜੀ ਨੇ ਬੜੇ ਡਿਟੇਲ ਦੱਸਿਆ, ਗੁਰਬਾਣੀ ਦੀਆਂ ਤੁਕਾਂ ਵੀ ਦੱਸੀਆਂ ਨੇ। ਔਰ ਬਿਲਕੁਲ ਐਸਾ ਹੀ ਹੈ। ਕੋਈ ਹੁਣ ਮੇਰੇ ਵਰਗਾ ਇਹ ਆਸ ਰੱਖੇ ਕਿ ਜਿਸ ਵੇਲੇ ਮੇਰੀ ਫੂਕ ਨਿਕਲ ਜਾਏ ਤੇ ਮੇਰਾ ਬੱਚਾ ਬਾਅਦ ਵਿੱਚ ਬੜਾ ਯੱਗ ਕਰੇ ਤੇ ਮੈਨੂੰ ਉਹਦਾ ਫਲ ਮਿਲੇਗਾ, ਕਰੇ ਜਾਂ ਨਾ ਕਰੇ, ਇਹ ਤੇ ਚਲੋ ਉਹਦੀ ਮਰਜ਼ੀ ਹੈ, ਪਰ ਉਹਦਾ ਫਲ ਘੱਟੋ ਘੱਟ ਮੈਨੂੰ ਕੋਈ ਨਹੀਂ ਮਿਲਦਾ। ਸੋ ਇਸ ਕਰਕੇ ਕਈ ਵਾਰੀ ਅਸੀਂ ਆਪਣੀ ਸੰਸਾਰਕ ਵਾਹ ਲਈ ਬੜਾ ਕੁਛ ਕਰਦੇ ਹਾਂ। ਲੋੜ ਤੇ ਹੈ ਜਿਉਂਦੇ ਜੀ ਮਾਤਾ ਪਿਤਾ ਦੀ ਸੇਵਾ ਕੀਤੀ। ਜੇ ਮਰਨ ਤੋਂ ਬਾਅਦ ਉਹਨਾਂ ਦੇ ਸ਼ਰਾਧ ਕਰਨੇ ਨੇ ਤੇ ਜਿਉਂਦੇ ਉਹਨਾਂ ਨੂੰ ਪੁੱਛਣਾ ਨਹੀਂ, ਇੱਕ ਬਹੁਤ ਵੱਡਾ ਇਹ ਪਖੰਡ ਹੈ, ਮਖੌਲ ਹੈ। ਤੋ ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ